वेलकम और वेलकम बैक टू माई चैनल बी ए ਸਮੈਸਟਰ 4 इंग्लिश इलैक्टिव ਦਾ ਐਨੀਮਲ ਫਾਰਮ ਆਪਾਂ ਸਟਾਰਟ ਕਰਾਂਗੇ ਅੱਜ ਜਾਰਜ ਔਰਵੈਲ ਦਾ ਲਿਖਿਆ ਹੋਇਆ ਹੈ। ਇਸ ਦੇ ਵਿੱਚ ਐਨੀਮਲ ਫਾਰਮ ਦਿਖਾਇਆ ਗਿਆ ਜਿਹਦੇ ਵਿੱਚ ਜਿਹੜੇ ਨੇ ਐਨੀਮਲਸ ਇੱਕ ਕਰੈਕਟਰ ਪਲੇ ਕਰ ਰਹੇ ਨੇ ਆਪਣੇ ਆਪਣੇ ਅਕੋਰਡਿੰਗ, ਜਿਹੜਾ ਕਿ ਰਸ਼ੀਅਨ ਰੈਵੋਲਿਊਸ਼ਨ ਦੇ ਦੌਰਾਨ ਜਿਹੜਾ ਵੀ ਉੱਥੋਂ ਦਾ ਹਾਲ ਹੋਇਆ ਸੀਗਾ, ਸੋ ਉੱਥੋਂ ਦੀ ਗੌਰਮੈਂਟ ਕੀ ਕਰ ਰਹੀ ਸੀ, ਸੋ ਇਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਐਨੀਮਲ ਫਾਰਮ ਦੇ ਥਰੂ। ਸੋ ਐਨੀਮਲ ਫਾਰਮ ਇੱਕ ਐਲੀਗੋਰੀ ਹੈ ਜਾਂ ਪੋਲੀਟੀਕਲ ਸੈਟਾਇਰ ਹੈ। ਆਪਾਂ ਦੋਨਾਂ ਕੁਐਸਚਨਾਂ ਦਾ ਜਿਹੜਾ ਜਵਾਬ ਹੈ ਉਹ ਇੱਕ ਕੁਐਸਚਨ ਦੇ ਵਿੱਚ ਕਰਾਂਗੇ। ਹੋਪ ਤੁਹਾਨੂੰ ਵੀਡੀਓ ਬਹੁਤ ਚੰਗਾ ਲੱਗੇਗਾ, ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਐਨੀਮਲ ਫਾਰਮ ਇਜ਼ ਐਨ ਐਲੀਗੋਰੀ, ਇੱਕ ਐਲੀਗੋਰੀ ਹੈ ਵਿਚ ਇਜ਼ ਅ ਸਟੋਰੀ ਆਫ ਕੰਕਰੀਟ ਐਂਡ ਸਪੈਸੀਫਿਕ ਕਰੈਕਟਰਸ, ਜਿਹਦੇ ਵਿੱਚ ਕੰਕਰੀਟ ਅਤੇ ਸਪੈਸੀਫਿਕ ਕਰੈਕਟਰਸ ਨੇ। ਐਨੀਮਲ ਬੇਸਡ ਇਹ ਸਟੋਰੀ ਹੈਗੀ ਹੈ ਬਿਕੋਜ਼ ਇਹਦੇ ਵਿੱਚ ਜਿਹੜੀ ਹੈ ਰਸ਼ੀਅਨ ਰੈਵੋਲਿਊਸ਼ਨ ਦੀ ਗੱਲ ਕੀਤੀ ਗਈ ਹੈ, ਅਤੇ ਇਹਦੇ ਵਿੱਚ ਇਹ ਹੁੰਦਾ ਹੈਗਾ ਐਲੀਗੋਰੀ ਦੇ ਵਿੱਚ ਜਿਹੜਾ ਹੈਗਾ ਸਿੰਬੋਲਿਜ਼ਮ ਦਿੱਤਾ ਗਿਆ ਹੁੰਦਾ ਹੈਗਾ, ਕਰੈਕਟਰ ਬੇਸਡ ਹੁੰਦੇ ਨੇ। ਇਹਦੇ ਵਿੱਚ ਐਨੀਮਲਸ ਨੇ, ਇੰਸੀਡੈਂਟਸ ਨੇ ਅਤੇ ਆਬਜੈਕਟਸ ਨੇ। ਇਨ ਦੀ ਸਟੋਰੀ ਆਬਜੈਕਟਸ, ਇੰਸੀਡੈਂਟਸ ਐਂਡ ਪੀਪਲ are represented indirectly to the reader by means of personification or symbolism, ਕਿਉਂਕਿ ਜਿਹੜਾ ਹੈ ਪਰਸੋਨੀਫਿਕੇਸ਼ਨ ਅਤੇ ਸਿੰਬੋਲਿਜ਼ਮ ਦਿਖਾਉਣ ਲਈ ਜਿਹੜੇ ਨੇ ਆਪਾਂ ਦੇ ਸਾਹਮਣੇ ਜਿਹੜੇ ਹੈ ਬਹੁਤ ਸਾਰੇ ਆਬਜੈਕਟ, ਇੰਸੀਡੈਂਟ ਅਤੇ ਪੀਪਲ ਜਿਹੜੇ ਨੇ ਰਿਪਰੈਜ਼ੈਂਟ ਕੀਤੇ ਗਏ ਨੇ। ਇਨਡਾਇਰੈਕਟਲੀ ਆਪਾਂ ਨੂੰ ਸਾਰਾ ਕੁਝ ਉੱਥੋਂ ਦੀ ਪਿਕਚਰ ਜਿਹੜੀ ਹੈ ਰਸ਼ੀਅਨ ਰੈਵੋਲਿਊਸ਼ਨ ਦੀ ਅਤੇ ਉਹਦੇ ਕੀ ਜਿਹੜੇ ਸੀਗੇ ਰਿਜ਼ਲਟਸ ਨਿਕਲੇ ਸੀ, ਸੋ ਇਹ ਸਾਰਾ ਕੁਝ ਸਾਨੂੰ ਦਿਖਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਗਈ ਹੈ। ਦ ਮੇਨ ਐਕਸ਼ਨ ਆਫ ਐਨੀਮਲ ਫਾਰਮ stands for the Russian Revolution of 1917. Mr. Jones, the original human owner of the farm, represents the ineffective and incompetent Caesar Nicholas II. ਹੁਣ ਇਹਦੇ ਵਿੱਚ ਦਿਖਾਇਆ ਗਿਆ ਹੈਗਾ ਇੱਕ ਐਨੀਮਲ ਫਾਰਮ ਬੇਸਡ ਜਿਹੜੀ ਹੈਗੇ ਕਰੈਕਟਰਸ ਦਿਖਾਏ ਗਏ ਨੇ। ਰਸ਼ੀਅਨ ਰੈਵੋਲਿਊਸ਼ਨ ਆਫ 1917 ਦਿਖਾਈ ਗਈ ਹੈ। ਮਿਸਟਰ ਜੋਨਸ ਜਿਹੜੇ ਨੇ ਓਰੀਜਨਲੀ ਆਪਾਂ ਕਹਿੰਦੇ ਆ ਕਿ ਇਹਦੇ ਵਿੱਚ ਦਿਖਾਏ ਗਏ ਨੇ ਐਨੀਮਲ ਫਾਰਮ ਦੇ ਓਨਰ, ਤਾਂ ਉਹ ਐਨੀਮਲ ਫਾਰਮ ਦੇ ਓਰੀਜਨਲ ਓਨਰ ਨੇ ਅਤੇ ਉਹਨਾਂ ਦੀ ਇਨਇਫੈਕਟਿਵਨੈਸ ਅਤੇ ਕੰਪੀਟਨੈਸ ਜਿਹੜੀ ਹੈਗੀ ਦਿਖਾਈ ਗਈ ਹੈ, ਜੋ ਕਿ ਨਿਕੋਲਸ 2 ਦੀ ਹੋਈ ਸੀਗੀ। ਫਾਈਨ ਦ ਪਿਗਸ ਜਿਹੜੇ ਨੇ, ਹੁਣ ਜਿਹੜੇ ਇੱਥੇ ਪਿਗਸ ਨੇ, ਪਿਗਸ ਆਰ ਕੀ ਮੈਂਬਰਸ ਆਫ ਬੋਲਸ਼ਵਿਕ ਲੀਡਰਸ਼ਿਪ, ਤਾਂ ਜਿਹੜੇ ਪਿਗਸ ਰਿਪਰੈਜ਼ੈਂਟ ਕਰਦੇ ਨੇ ਬੋਲਸ਼ਵਿਕ ਲੀਡਰਸ਼ਿਪ ਨੂੰ। ਨੈਪੋਲੀਅਨ ਰਿਪਰੈਜ਼ੈਂਟ ਕਰਦਾ ਹੈ ਜੋਸਫ ਸਟੈਲਿਨ ਨੂੰ, ਤਾਂ ਨੈਪੋਲੀਅਨ ਕੌਣ ਹੈ? ਇੱਕ ਪਿਗ ਹੈਗਾ, ਠੀਕ ਹੈ। ਤਾਂ ਉਹ ਜੋਸਫ ਸਟੈਲਿਨ ਜਿਹੜਾ ਸੀ ਰਸ਼ੀਅਨ ਰੈਵੋਲਿਊਸ਼ਨ ਦੇ ਦੌਰਾਨ, ਤਾਂ ਉਹਦੇ ਜੋਸਫ ਸਟੈਲਿਨ ਦਾ ਜਿਹੜਾ ਕਿਰਦਾਰ ਹੈ ਨੈਪੋਲੀਅਨ ਦੀ ਬਾਰੇ, ਜਿਹੜਾ ਕਿ ਇੱਕ ਪਿਗ ਹੈ। ਸਨੋਬੋਲ ਵੀ ਇੱਕ ਪਿਗ ਹੈ ਜੋ ਕਿ ਇੱਕ ਅੱਛਾ ਸਪੀਕਰ ਵੀ ਹੈ ਅਤੇ ਸਭ ਦਾ ਭਲਾ, ਸਰਬੱਤ ਦਾ ਭਲਾ ਚਾਹੁੰਦਾ ਹੈ। ਰਿਪਰੈਜ਼ੈਂਟਸ ਲਿਓਨ ਟ੍ਰੋਟਸਕੀ, ਤਾਂ ਇਹ ਜਿਹੜਾ ਹੈ ਸਨੋਬੋਲ ਕਿਸ ਚੀਜ਼ ਨੇ, ਕਿਸ ਕਰੈਕਟਰ ਨੂੰ ਰਿਪਰੈਜ਼ੈਂਟ ਕਰਦਾ ਹੈ? ਲਿਓਨ ਟ੍ਰੋਟਸਕੀ ਦੇ ਕਰੈਕਟਰ ਨੂੰ। ਸਕੂਲਰ ਜਿਹੜਾ ਹੈ ਰਿਪਰੈਜ਼ੈਂਟ ਕਰਦਾ ਹੈ ਵਿਆਸ਼ਲਾਵ ਮੋਲੋਟੋਵ ਨੂੰ, ਠੀਕ ਹੈ। ਸਕੂਲਰ ਜਿਹੜਾ ਹੁੰਦਾ ਹੈ ਉਹ ਇੱਕ ਅੱਛਾ ਪਿਗ ਹੁੰਦਾ ਉਹ ਵੀ, ਅਤੇ ਸਨੋਬੋਲ ਵੀ ਹੁੰਦਾ ਜਿਹੜਾ ਇੱਕ ਅੱਛਾ ਸ਼ੁਭ ਚਿੰਤਕ ਹੁੰਦਾ। ਸੋ ਇਹ ਅੱਛੇ ਕਰੈਕਟਰ ਨੇ। ਅਦਰ ਐਨੀਮਲਸ ਰਿਪਰੈਜ਼ੈਂਟਸ ਦਾ ਵਰਕਿੰਗ ਕਲਾਸ ਆਫ ਰਸ਼ੀਆ, ਅਤੇ ਹੋਰ ਜਿਹੜੇ ਐਨੀਮਲਸ ਨੇ ਉਹ ਰਿਪਰੈਜ਼ੈਂਟ ਕਰਦੇ ਨੇ ਵਰਕਿੰਗ ਕਲਾਸ ਨੂੰ, ਜਿਹੜੀ ਕਿ ਰਸ਼ੀਆ ਦੀ ਵਰਕਿੰਗ ਕਲਾਸ ਹੈ। ਇਨੀਸ਼ੀਅਲੀ ਪੈਸ਼ਨੇਟ ਅਬਾਊਟ ਰੈਵੋਲਿਊਸ਼ਨ, ਇਵੈਂਚੁਅਲੀ ਮੈਨੀਪੂਲੇਟਡ ਇਨਟੂ ਸਪੋਰਟਿੰਗ ਅ ਰਿਜ਼ਾਈਮ that was just as incompetent or arguably more brutal than the previous one। ਤਾਂ ਇਹ ਸਾਰੇ ਜਿਹੜੇ ਨੇ ਉਹ ਰਸ਼ੀਅਨ ਰੈਵੋਲਿਊਸ਼ਨ ਦੀ ਜਿਹੜੀ ਵਰਕਿੰਗ ਕਲਾਸ ਨੂੰ ਡਿਨੋਟ ਕਰਦੇ ਨੇ ਅਤੇ ਪੈਸ਼ਨੇਟ ਨੇ ਕਿ ਕੀ ਹੋਏਗਾ, ਠੀਕ ਹੈ, ਰੈਵੋਲਿਊਸ਼ਨ ਤੋਂ ਬਾਅਦ 'ਚ। ਅਤੇ ਇਸ ਦੇ ਨਾਲ ਹੀ ਇਹ ਵੀ ਕਹਿੰਦੇ ਨੇ ਕਿ ਜਿਹੜੀ ਪ੍ਰੀਵੀਅਸ ਵਨ ਸੀਗੀ, ਇਹ ਜਿਹੜੀ ਹੁਣ ਵਾਲੀ ਆ ਉਹ ਪ੍ਰੀਵੀਅਸ ਵਨ ਤੋਂ ਜਿਹੜੀ ਸੀ ਬਰੂਟਲ ਸੀਗੀ। ਸੋ ਆਪਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਦੇ ਨੇ। ਨੈਪੋਲੀਅਨ ਜਿਹੜਾ ਹੈ ਉਹ ਵਨ ਆਫ ਦ ਪਿਗਸ, ਠੀਕ ਹੈ, ਜਿਹੜਾ ਕਿ ਬਹੁਤ ਹੱਥਕੰਡੇ ਅਪਣਾਉਂਦਾ ਹੈ, ਠੀਕ ਹੈ। ਸੋ ਉਸ ਦੀ ਗੱਲ ਕੀਤੀ ਗਈ ਹੈ। ਸੋ ਸਟੈਲਿਨ ਦਾ ਕਿਰਦਾਰ ਇਹ ਨਿਭਾ ਰਿਹਾ ਨੈਪੋਲੀਅਨ। ਰਾਈਸਿਸ ਟੂ ਬਿਕਮ ਦ ਲੀਡਿੰਗ ਫਿਗਰ ਔਨ ਦ ਫਾਰਮ, ਤਾਂ ਇੱਕ ਲੀਡਿੰਗ ਫਿਗਰ ਹੈਗੀ ਫਾਰਮ ਦੇ ਵਿੱਚ। ਲਾਈਕ ਜੋਸਫ ਸਟੈਲਿਨ, ਨੈਪੋਲੀਅਨ ਇਜ਼ ਸਿੰਗਲ ਮਾਈਂਡਡ। ਹੁਣ ਜਿਵੇਂ ਸਟੈਲਿਨ ਹੁੰਦਾ ਹੈਗਾ ਤਾਂ ਨੈਪੋਲੀਅਨ ਵੀ ਉਹਦੇ ਵਾਂਗੂ ਸਿੰਗਲ ਮਾਈਂਡਡ ਦਿਖਾਇਆ ਗਿਆ, ਐਂਬੀਸ਼ੀਅਸ ਦਿਖਾਇਆ ਗਿਆ ਹੈ ਅਤੇ ਆਪਣਾ ਹੀ ਭਲਾ ਸੋਚਣ ਵਾਲਾ, ਰਾਜ ਕਰਨ ਵਾਲਾ, ਨਿਰਦਈ ਜਿਹੜਾ ਹੈਗਾ ਉਹ ਨੈਪੋਲੀਅਨ ਹੈ। ਉਹ ਕੀ ਕਰਦਾ ਹੈਗਾ? ਪ੍ਰੀਪੇਅਰ ਟੂ ਯੂਜ਼ ਵਾਇਲੈਂਸ ਟੂ ਅਚੀਵ ਹਿਜ਼ ਏਮਸ, ਵਾਇਲੈਂਸ ਯੂਜ਼ ਕਰਦਾ ਹੈਗਾ ਆਪਣੀ ਏਮਸ ਨੂੰ ਜਿਹੜਾ ਹੈਗਾ ਅਚੀਵ ਕਰਨ ਲਈ। ਨੈਪੋਲੀਅਨਸ ਕਨਫਲਿਕਟ ਵਿਦ ਸਨੋਬਲ ਇਨ ਚੈਪਟਰ 5, ਤਾਂ ਸਨੋਬਲ ਦੀ ਅਤੇ ਨੈਪੋਲੀਅਨ ਦੀ ਜਿਹੜੀ ਹੈਗੀ ਹੈ ਕਨਫਲਿਕਟ, ਝਗੜਾ ਵੀ ਦਿਖਾਇਆ ਗਿਆ ਚੈਪਟਰ ਨੰਬਰ 5 ਦੇ ਵਿੱਚ। ਸੋ ਕਿਉਂਕਿ ਸਨੋਬਲ ਜਿਹੜਾ ਹੁੰਦਾ ਇੱਕ ਸ਼ੁਭ ਚਿੰਤਕ ਹੁੰਦਾ, ਉਹ ਵੀ ਇੱਕ ਪਿਗ ਹੁੰਦਾ ਅਤੇ ਸਭ ਦਾ ਭਲਾ ਚਾਹੁੰਦਾ। ਦ ਸੈਟਿੰਗ ਆਫ ਦ ਨਾਵਲ ਫਾਰਮ ਇਜ਼ ਅ ਡਿਸਟੋਪੀਆ, ਤਾਂ ਜਿਹੜਾ ਫਾਰਮ ਹੈਗਾ ਐਨੀਮਲ ਫਾਰਮ ਦੀ ਸੈਟਿੰਗ ਜਿਹੜੀ ਹੈਗੀ ਹੈ ਡਿਸਟੋਪੀਆ ਹੈਗੀ ਹੈ।
विच इज़ एन इमेजिनड वर्ल्ड, एक इमेजिन वर्ल्ड है, कल्पनिक संसार हैगा, दैट इज़ फार वर्स दैन आर ऑन, तो ये बहुत ही ज़्यादा वर्स है एज अपोज टू आ यूटोपिया विच इज़ एन आइडियल प्लेस और स्टेट, जोड़ा कि आइडियल स्टेट तो बिल्कुल ही उल्टा है। इट इज़ एन एलिगोरी ऑफ द पीरियड इन रशियन हिस्टरी बिटवीन 1917 टू 1944, तो एक एलिगरी बेस है ये जोड़ा नॉवल हैगा, ये रशियन हिस्टरी जी है 1917 तो 44 तक दिखाता है। इट इज़ अ सैटायरिकल स्टोरी रिटन इन द फारम ऑफ एन एनीमल फेबल, तो एक एनीमल फेबल बेस्ड ये स्टोरी हैगी है, सैटायरिकल नावल है, व्यंग ये जोड़ा है व्यंग कसे गए ने एक दूजे के उत्ते, बहुत ही जोड़ा है हासे वाले डायलॉग्स ये यूज़ किए गए हैं। सो जॉर्ज ऑरवेल इज़ एबल टू प्रेजेंट हिज सब्जैक्ट इन सिंपल सिंबॉलिक टर्म्स बाय ट्रीटिंग द डेवलपमेंट ऑफ कम्यूनिज्म एज अ स्टोरी विच टेक्स प्लेस ऑन अ सिंगल फार्म विद टॉकिंग एनीमल्स, तो ये टॉकिंग एनीमल्स दिखाए गए हैं जोड़े बोल रहे हैं। कम्यूनिज्म की डिवेलपमेंट वाली जी है स्टोरी दिखाई गई है कि किदा कम्यूनिज्म स्टार्ट हुई सी, तो सिंगल फार्म दे विच स्टोरी अकर होंदी है, एक सिंगल फार्म दे विच ही सारे करैक्टर्स ने जोड़े कि अपना अपना किरदार निभा रहे हैं। द करैक्टर्स ऑफ एनीमल फार्म रिप्रजेंट फिगर्स इन रशियन हिस्टरी ड्यूरिंग रशियन रेवोल्यूशन, तो रशियन रेवोल्यूशन के दौरान रशियन हिस्टरी के जी फिगर्स ने वो ही जोड़े ने करैक्टर प्ले कर रहे हैं एनीमल फार्म के अंदर। दिस फिनोमेना इज़ नॉट यूनीक टू रशिया और एनीमल फार्म, तो ये एनीमल फार्म या फिर आप कहिए रशिया लिए कोई यूनीक फिनोमेना नहीं है, इट हैपनड ऑल ओवर द वर्ल्ड, सारे संसार च ये चीज़ हैपन हुई सी। गौरमेंट्स हैव डन सेम थिंग्स टू इंप्रूव देयर स्टैंडिंग बाय ब्लेमिंग अदर, तो गौरमेंट्स ने यही कुछ किया एक दूजे को ब्लेम करने के अलावा उन्होंने कुछ भी नहीं किया, तो गौरमेंट्स ने की किया अपने एनीमीज़ नूं अपने जोड़े दूजिया जोड़ा ब्लेम किया। तो एनीमल फार्म सिंबलाइजेज रशिया एंड सोवियत यूनियन अंडर कम्यूनिस्ट पार्टी, तो एनीमल फार्म सिंबलाइज करता है रशिया और सोवियत यूनियन अंडर कम्यूनिस्ट पार्टी रूल दे। एनीमल फार्म स्टैंड्स फॉर एनी ह्यूमन सोसाइटी बीट कैपिटलिस्ट सोशलिस्ट फासिस्ट और कम्यूनिस्ट, तो ये जोड़ा एनीमल फार्म है ये किसी भी ह्यूमन सोसाइटी को कैपिटलिस्ट सोशलिस्ट फैसिस्ट या फिर कम्यूनिस्ट बना सकता है। इट पोजैसेस द इंटरनल स्ट्रक्चर ऑफ अ नेशन, ये किसी भी सरकार का किसी भी देश का अंदरूनी स्ट्रक्चर दिखाया गया है कि जी गौरमेंट होंगी है पिग्स की होंगी है, पुलिस फार्म जोड़े ने डॉग्स, आ वर्किंग क्लास लाइक होर जोड़े एनीमल्स ने लाइक स्टैलियन। हुण देखो जोड़ा नेपोलियन है स्टैलियन का किरदार निभा रहा है। नेपोलियन यूजिज टैरर, हुण नेपोलियन की यूज़ करता है टैरर डर आतंक यूज़ करता है एंड मिस इनफॉर्मेशन टू मेनटेन हिज पावर, अपनी पावर मेनटेन करने लिए टैरर और मिस इनफॉर्मेशन जी है वो यूज़ करता है। जॉर्ज स्टायर इज़ सक्सैसफुली एज ऑफ इट्स क्लैरिटी, हुण देखो जॉर्ज ऑरवेल का जोड़ा सैटायर एनीमल फार्म लिखा हुआ है ये बहुत ही सक्सैसफुल होया क्योंकि इस क्लैरिटी पाई जाती है। इट इज़ ऑबवियस टू द रीडर्स टू अंडरस्टैंड, तो ये जोड़ा है रीडर्स को अंडरस्टैंड करने के लिए जी है बहुत मदद करता है कि उदों जोड़ा सीगा रशियन रेवोल्यूशन के दौरान जोड़ा सी की होया सी, सो ईजीली अंडरस्टैंड हो जाते कर सकते हैं असी। द डिवेलपमेंट ऑफ टोटलीटैरियन, तो टोटलीटैरियन गौरमेंट नूं ये जोड़ा है अंडरस्टैंड करने के जोड़ा है मदद करता है। इन ऑरवेल्स ऑन टाइम, जोड़ा कि ऑरवेल के टाइम से विच एनीमल्स रिप्रजेंट विच पीपल, तो एनीमल जोड़े ने वो प्रेजेंट करते हैं पीपल का किरदार कि किदां किदां जोड़ा सी होया सी, लेनिन का किरदार स्टैलिन का किरदार, ठीक है। सो ऐदा जोड़े ने किरदार दिखा के काफ़ी सारे होर भी करैक्टर्स ने लाइक मोली का करैक्टर है, बॉक्सर का, स्क्यूलर का करैक्टर है, मेजर का करैक्टर है, सो बहुत सारे क्लोवर का, बेंजामिन का, ठीक है, बहुत सारे करैक्टर ने जोड़े इस दे विच यूज़ होए ने। होप तुहानूं वीडियो समझ आ गया होएगा। मिलते हैं आपां नवें वीडियो के नाल। धन्नवाद।